ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ। ਸੋ ਅੱਜ ਦਾ ਜਿਹੜਾ ਵਿਸ਼ਾ ਸੀਗਾ, ਇਹਾ ਸੇਵਾ ਚਾਕਰੀ ਨਾਮ ਵਸੈ ਮਨ ਆਏ। ਇਹ ਇਸ ਦਾ ਮੈਂ ਸਿਰਲੇਖ ਰੱਖਿਆ ਜੀ। ਸੋ ਸੇਵਾ ਬਾਰੇ ਆਪਾਂ ਗੱਲ ਸ਼ੁਰੂ ਕਰਦੇ ਹਾਂ। ਸੇਵਾ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਸੇਵਾ ਦੀ ਧਾਰਨਾ ਨੂੰ ਸਮਝਣਾ ਜ਼ਰੂਰੀ ਹੈ। ਦੁਨਿਆਵੀ ਤੌਰ ਤੇ ਨੌਕਰੀ ਕਰਨ ਨੂੰ ਵੀ ਸੇਵਾ ਕਰਨਾ ਕਿਹਾ ਜਾਂਦਾ ਹੈ, ਜਿਸ ਦੇ ਬਦਲੇ ਬਾਕਾਇਦਾ ਤਨਖਾਹ ਜਾਂ ਮਿਹਨਤਾਨਾ ਮਿਲਦਾ ਹੈ। ਲੇਕਿਨ ਧਾਰਮਿਕ ਜਗਤ ਵਿੱਚ ਸੇਵਾ ਦਾ ਭਾਵ ਉਸ ਕਿਰਿਆ ਤੋਂ ਹੈ ਜਿਸ ਦੇ ਬਦਲੇ ਵਿੱਚ ਤੁਰੰਤ ਕੋਈ ਮਾਇਕ ਜਾਂ ਭੌਤਿਕ ਪਦਾਰਥ ਜਾਂ ਮਾਇਆ ਆਦਿ ਨਾ ਦਿੱਤੀ ਜਾਵੇ। ਇੱਥੇ ਸ਼ਰਧਾਲੂ ਆਪਣੇ ਮਨ ਦੀ ਇੱਛਾ ਨਾਲ ਹੀ ਬਿਨਾਂ ਕਿਸੇ ਜ਼ਾਹਰੀ ਸਵਾਰਥ ਦੇ ਸੇਵਾ ਕਰਦਾ ਹੈ। ਗੁਰਮਤਿ ਵਿੱਚ ਸੇਵਾ ਨੂੰ ਬਾਕੀ ਮੱਤਾਂ ਨਾਲੋਂ ਵੀ ਵੱਧ ਮਹੱਤਤਾ ਹੈ। ਸੇਵਾ ਅਤੇ ਸਿਮਰਨ ਉਹ ਵੱਡੇ ਥੰਮ ਹਨ ਜਿਨ੍ਹਾਂ ਤੇ ਗੁਰੂ ਸਾਹਿਬਾਨ ਨੇ ਸਿੱਖੀ ਦੇ ਮਹਿਲ ਨੂੰ ਖੜਾ ਕੀਤਾ ਹੈ। ਸੇਵਾ ਦੇ ਵੱਖ-ਵੱਖ ਪਹਿਲੂਆਂ ਨੂੰ ਗੁਰਬਾਣੀ ਤੇ ਇਤਿਹਾਸਕ ਪੱਖ ਤੋਂ ਵਿਚਾਰਦੇ ਹੋਏ ਉਸ ਦੀ ਵਰਤਮਾਨ ਯੁੱਗ ਵਿੱਚ ਦਸ਼ਾ ਤੇ ਦਿਸ਼ਾ ਵਿਚਾਰ ਕਰਨੀ ਸਾਡੇ ਇਸ ਲੇਖ ਦਾ ਨਿਮਾਣਾ ਜਿਹਾ ਯਤਨ ਹੈ। ਸੇਵਾ ਕਿਉਂ ਕੀਤੀ ਜਾਵੇ? ਸੇਵਾ ਕਰਨ ਦਾ ਪੁਰਾਤਨ ਧਰਮਾਂ ਵਿੱਚ ਇੱਕ ਮਕਸਦ ਹੁੰਦਾ ਸੀ, ਮਰਨ ਤੋਂ ਬਾਅਦ ਸੁੱਖ ਪ੍ਰਾਪਤ ਕਰਨੇ। ਭਾਰਤੀ ਧਰਮਾਂ ਦਾ ਕਰਮ ਸਿਧਾਂਤ ਇਸ ਗੱਲ ਵੱਲ ਵਿਸ਼ਵਾਸ ਰੱਖਦਾ ਹੈ ਕਿ ਇਨਸਾਨ ਜੈਸਾ ਬੀਜੇਗਾ ਵੈਸਾ ਵੱਢੇਗਾ। ਜੇ ਚੰਗੇ ਦਾਨ, ਪੁੰਨ, ਜਪ, ਤਪ ਆਦਿ ਇਸ ਧਰਤੀ ਤੇ ਕੀਤੇ ਜਾਣਗੇ ਤਾਂ ਅਗਲੇ ਜਹਾਨ ਵਿੱਚ ਉਹਨਾਂ ਦਾ ਫਲ ਕਈ ਗੁਣਾ ਵੱਧ ਹੋ ਕੇ ਮਿਲੇਗਾ। ਇਸ ਕਾਰਨ ਇਹ ਮਨਸ਼ਾ ਮਨ ਵਿੱਚ ਰੱਖ ਕੇ ਵੀ ਸੇਵਾ ਕੀਤੀ ਜਾਂਦੀ ਸੀ। ਅਧਿਆਤਮਕ ਜਗਤ ਵਿੱਚ ਇਸ ਸੇਵਾ ਦੇ ਅਧਿਕਾਰੀ ਸੰਤ, ਰਿਸ਼ੀ ਮੁਨੀ ਅਤੇ ਹੋਰ ਧਾਰਮਿਕ ਸ਼ਖਸੀਅਤਾਂ ਹੁੰਦੀਆਂ ਸਨ, ਜਿਨ੍ਹਾਂ ਨਾਲ ਵਰ ਅਤੇ ਸ਼ਰਾਬ ਵੀ ਜੁੜੇ ਹੁੰਦੇ ਸਨ ਅਤੇ ਜਾਣੇ ਅਣਜਾਣੇ ਸਿੱਧੇ ਅਸਿੱਧੇ ਰੂਪ ਵਿੱਚ ਲਾਲਚ ਅਤੇ ਡਰ ਦੀ ਭਾਵਨਾ ਵੀ ਆ ਜਾਂਦੀ ਸੀ। ਸੇਵਾ ਕੀਤੀ ਤਾਂ ਚੰਗੇ ਫਲ ਦਾ ਲਾਲਚ, ਨਾ ਕੀਤੀ ਤਾਂ ਕੁਝ ਬੁਰਾ ਹੋਣ ਦਾ ਡਰ। ਸਾਰੀਆਂ ਧਾਰਮਿਕ ਕਿਰਿਆਵਾਂ ਦੇ ਪਿੱਛੇ ਇਹ ਸਵਰਗ ਨਰਕ ਦੇ ਲਾਲਚ ਅਤੇ ਡਰ ਕਿਸੇ ਨਾ ਕਿਸੇ ਰੂਪ ਵਿੱਚ ਜੁੜੇ ਹੁੰਦੇ ਸਨ। ਇਸੇ ਤਰ੍ਹਾਂ ਸੇਵਾ ਭਾਵੇਂ ਉਹ ਰਿਸ਼ੀਆਂ ਮੁਨੀਆਂ ਦੀ ਹੋਵੇ, ਵੱਡੇ ਵਡੇਰਿਆਂ ਦੀ ਹੋਵੇ ਜਾਂ ਕਿਸੇ ਗਰੀਬ ਤੇ ਲੋੜਵੰਦ ਵਿਅਕਤੀ ਦੀ ਹੋਵੇ, ਕਿਤੇ ਵੱਧ ਕਿਤੇ ਘੱਟ, ਕਿਤੇ ਜ਼ਾਹਰਾ ਕਿਤੇ ਬਾਤਨੀ ਇਹ ਵਿਰਤੀ ਪਾਈ ਜਾਂਦੀ ਸੀ। ਗੁਰਮਤਿ ਵਿੱਚ ਸੇਵਾ ਦਾ ਮਨੋਰਥ ਇਹ ਨਹੀਂ ਹੈ। ਗੁਰਮਤਿ ਨਾ ਤਾਂ ਸਵਰਗ ਦੇ ਲਾਰੇ ਲਾਉਂਦੀ ਹੈ ਅਤੇ ਨਾ ਨਰਕ ਤੋਂ ਡਰਾਉਂਦੀ ਹੈ। ਗੁਰਮਤਿ ਵਿੱਚ ਸੇਵਾ ਇਸ ਲਈ ਕਰਨੀ ਹੈ ਕਿਉਂਕਿ ਸੇਵਾ ਕਰਨ ਵਾਲਾ ਆਪਣੇ ਆਪ ਨੂੰ ਸੁਧਾਰਨਾ ਚਾਹੁੰਦਾ ਹੈ। ਗੁਰੂ ਸਾਹਿਬ ਬਾਣੀ ਰਾਹੀਂ ਸਮਝਾਉਂਦੇ ਹਨ ਕਿ ਸੇਵਾ ਕਰਨ ਨਾਲ ਮਨੁੱਖ ਦਾ ਸਭ ਤੋਂ ਵੱਡਾ ਰੋਗ ਹਉਮੈ ਦੂਰ ਹੁੰਦਾ ਹੈ। ਇਹ ਹਉਮੈ ਹੀ ਇੱਕ ਜਾਚਕ ਅਤੇ ਪ੍ਰਮਾਤਮਾ ਦੇ ਮਿਲਣ ਵਿੱਚ ਰੁਕਾਵਟ ਬਣਦੀ ਹੈ। ਗੁਰਸਿੱਖ ਨੇ ਸੇਵਾ ਸਿਰਫ ਇਸ ਲਈ ਕਰਨੀ ਹੈ ਕਿਉਂਕਿ ਸੇਵਾ ਕਰਨ ਨਾਲ ਉਸ ਦਾ ਆਪਣਾ ਵਿਕਾਸ ਹੁੰਦਾ ਹੈ ਅਤੇ ਉਹ ਅਧਿਆਤਮਕ ਮਾਰਗ ਤੇ ਅੱਗੇ ਤਦ ਹੀ ਵੱਧ ਸਕੇਗਾ ਜੇ ਉਸਨੇ ਆਪਣੇ ਹਿਰਦੇ ਨੂੰ ਸੇਵਾ ਨਾਲ ਨਿਮਰਤਾ ਵਿੱਚ ਲੈ ਆਂਦਾ ਹੈ। ਤਦ ਹੀ ਇਸ ਹਿਰਦੇ ਦੀ ਸੇਜ ਤੇ ਉਸ ਦਾ ਪ੍ਰਭੂਪਤੀ ਆ ਸਕਦਾ ਹੈ। ਸੇਵਾ ਕਿਸ ਦੀ ਕੀਤੀ ਜਾਵੇ? ਉੱਪਰ ਜ਼ਿਕਰ ਕੀਤੇ ਅਨੁਸਾਰ ਪੁਰਾਤਨ ਧਰਮਾਂ ਵਿੱਚ ਸੰਤ, ਰਿਸ਼ੀ ਮੁਨੀ ਸੇਵਾ ਦੇ ਯੋਗ ਮੰਨੇ ਜਾਂਦੇ ਸਨ। ਸਨਾਤਨ ਵਰਣ ਵੰਡ ਵਿੱਚ ਬ੍ਰਾਹਮਣ ਨੇ ਇਹ ਹੱਕ ਆਪਣੇ ਲਈ ਰਾਖਵਾਂ ਰੱਖ ਲਿਆ ਅਤੇ ਬਾਕੀ ਵਰਣਾਂ ਨੂੰ ਆਪਣੇ ਤੋਂ ਨੀਵੇਂ ਮੰਨ ਲਿਆ। ਸ਼ੂਦਰਾਂ ਨੂੰ ਸੇਵਾ ਕਰਨ ਵਾਲੇ ਥਾਪਿਆ ਅਤੇ ਖੁਦ ਬ੍ਰਾਹਮਣ, ਜਿਸ ਕੋਲ ਪੜ੍ਹਨ ਪੜ੍ਹਾਉਣ ਦੇ ਰਾਖਵੇਂ ਹੱਕ ਵੀ ਸਨ, ਉਸ ਨੂੰ ਸੇਵਾ ਦਾ ਅਧਿਕਾਰੀ ਮੰਨਿਆ ਜਾਣ ਲੱਗਿਆ। ਇਸ ਕਰਕੇ ਬ੍ਰਾਹਮਣ ਨੂੰ ਅੰਨ, ਧਨ, ਹੋਰ ਵਸਤਾਂ ਨਾਲ ਨਿਵਾਜਿਆ ਜਾਂਦਾ ਰਿਹਾ ਅਤੇ ਹਰ ਖੇਤਰ ਵਿੱਚ ਉਸ ਨੂੰ ਪੂਰਨ ਸਤਿਕਾਰ ਮਿਲਦਾ ਰਿਹਾ। ਗੁਰਮਤਿ, ਜਿਸ ਦਾ ਜਨਮ ਹੀ ਵਰਣ ਵੰਡ ਦੇ ਵਿਰੋਧ ਵਿੱਚ ਹੋਇਆ ਹੈ ਅਤੇ ਸਮਾਨਤਾ ਜਿਸ ਦਾ ਮੁੱਢਲਾ ਆਧਾਰ ਹੈ, ਉਸ ਵਿੱਚ ਇਹ ਗੱਲ ਬਿਲਕੁਲ ਵੀ ਪ੍ਰਵਾਨ ਨਹੀਂ। ਗੁਰਬਾਣੀ ਤੇ ਇਤਿਹਾਸਕ ਝਲਕੀਆਂ ਰਾਹੀਂ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਗੁਰਮਤਿ ਵਿੱਚ ਕਿਸ ਦੀ ਸੇਵਾ ਪ੍ਰਵਾਨ ਹੈ, ਉਹ ਸੇਵਾ ਕਿਵੇਂ ਕੀਤੀ ਜਾਵੇ ਅਤੇ ਉਸ ਤੋਂ ਕੀ ਪ੍ਰਾਪਤੀ ਹੋਏਗੀ। ਸਭ ਤੋਂ ਪਹਿਲੀ ਹੈ ਜੀ ਪ੍ਰਮਾਤਮਾ ਦੀ ਸੇਵਾ। ਗੁਰਬਾਣੀ ਵਿੱਚ ਸਭ ਤੋਂ ਪਹਿਲਾਂ ਅਤੇ ਸਭ ਤੋਂ ਵੱਧ ਜ਼ਰੂਰੀ ਸੇਵਾ ਅਕਾਲ ਪੁਰਖ ਦੀ ਦੱਸੀ ਗਈ ਹੈ। ਪ੍ਰਭੂ ਪਿਤਾ ਜੋ ਸਾਰੀ ਸ੍ਰਿਸ਼ਟੀ ਦਾ ਰਚਨਹਾਰਾ ਹੈ, ਪਾਲਣਾ ਕਰਨ ਵਾਲਾ ਹੈ, ਜੋ ਬ੍ਰਹਿਮੰਡ ਦੇ ਹਰ ਜਰਰੇ ਵਿੱਚ ਹੋਣ ਵਾਲੀ ਹਰ ਹਰਕਤ ਦਾ ਜ਼ਿੰਮੇਵਾਰ ਹੈ, ਉਸ ਦੀ ਸੇਵਾ ਕਰਨੀ ਸਭ ਤੋਂ ਵੱਡੀ ਸੇਵਾ ਹੈ। ਪਰਮਾਤਮਾ ਕਿਉਂਕਿ ਰੂਪ, ਰੰਗ, ਆਕਾਰ ਤੋਂ ਉੱਪਰ ਹੈ, ਇਸ ਲਈ ਉਸ ਦੀ ਸੇਵਾ ਦਾ ਅਰਥ ਸਿਰਫ ਤੇ ਸਿਰਫ ਉਸ ਦਾ ਨਾਮ ਜਪਣਾ, ਉਸ ਨੂੰ ਹਿਰਦੇ ਤੋਂ ਯਾਦ ਕਰਨਾ ਅਤੇ ਹਰ ਦ੍ਰਿਸ਼ਟੀਮਾਨ ਵਸਤੂ ਤੇ ਜੀਵਾਂ ਵਿੱਚ ਉਸ ਦੀ ਹੋਂਦ ਨੂੰ ਪਹਿਚਾਨਣਾ ਹੀ ਹੈ। ਕੁਝ ਗੁਰਬਾਣੀ ਹਵਾਲੇ ਦੇਖੀਏ। ਕਾਟ ਸਿਲਕ ਪ੍ਰਭ ਸੇਵਾ ਲਾਇਆ, ਮਾਝ ਮਹਿਲਾ ਪੰਜਵਾਂ। ਹਰ ਕੀ ਸੇਵਾ ਨਿਰਮਲ ਹੇਤ, ਗੌੜੀ ਗੁਆਰੇਰੀ ਮਹਿਲਾ ਪੰਜਵਾਂ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀਏ, ਗੌੜੀ। ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਈ ਜੀ, ਗੁਜਰੀ ਮਹਿਲਾ ਤੀਜਾ। ਕਹਿ ਨਾਮ ਦਿਓ
हम हर की सेवा, गुजरी श्री नामदेव जी। हर की सेवा लागे, मारू महला पंजवां। ਸੋ ਅਕਾਲ ਪੁਰਖ ਦੀ ਸੇਵਾ ਤੋਂ ਕੀ ਪ੍ਰਾਪਤੀ ਹੁੰਦੀ ਹੈ, ਗੁਰਬਾਣੀ ਇਹ ਵੀ ਸਪਸ਼ਟ ਕਰਦੀ ਹੈ। ਪ੍ਰਭੂ ਦੀ ਸੇਵਾ ਤੋਂ ਆਪਣੇ ਆਪ ਹੀ ਸੁਤੇ ਸਿੱਧ ਹੀ ਕਿੰਨੀਆਂ ਅਗੰਮੀ ਦੌਲਤਾਂ ਮਿਲ ਜਾਂਦੀਆਂ ਹਨ, ਜਿਹੜੀਆਂ ਜਗਿਆਸੂ ਨੇ ਨਾ ਚਿਤਵੀਆਂ ਹੁੰਦੀਆਂ ਹਨ, ਨਾ ਮੰਗੀਆਂ ਹੁੰਦੀਆਂ ਹਨ। ਉਹ ਤਾਂ ਕਿਰਪਾਲ ਪ੍ਰਭੂ ਖੁਸ਼ ਹੋ ਕੇ ਆਪ ਹੀ ਸੇਵਕ ਦੀ ਝੋਲੀ ਵਿੱਚ ਪਾ ਦਿੰਦਾ ਹੈ। ਇਹੀ ਸੇਵਾ ਸਫਲ ਹੈ। ਇਸ ਨਾਲ ਚਾਰ ਪਦਾਰਥ ਮਿਲਦੇ ਹਨ ਅਤੇ ਸਾਧਕ ਜਨਮ ਮਰਨ ਤੋਂ ਮੁਕਤ ਵੀ ਹੋ ਜਾਂਦਾ ਹੈ। ਮਨ ਦੀ ਹਰ ਇੱਛਾ ਪੂਰੀ ਹੁੰਦੀ ਹੈ, ਜਮ ਨੇੜੇ ਨਹੀਂ ਆਉਂਦੇ। ਪ੍ਰਭੂ ਦੇ ਸੇਵਕਾਂ ਦੀ ਕਥਾ ਨਿਰਾਲੀ ਹੈ। ਇਹ ਸੇਵਾ ਇੰਨੀ ਉੱਚੀ ਅਤੇ ਸੁੱਚੀ ਹੈ ਕਿ ਉਹ ਸੇਵਕ ਨੂੰ ਪ੍ਰਭੂ ਵਿੱਚ ਹੀ ਅਭੇਦ ਕਰ ਦਿੰਦੀ ਹੈ। ਜਿਵੇਂ ਨਦੀ ਸਮੁੰਦਰ ਵਿੱਚ ਮਿਲ ਕੇ ਉਸ ਦਾ ਰੂਪ ਹੋ ਜਾਂਦੀ ਹੈ, ਇਸੇ ਤਰ੍ਹਾਂ ਹਰ ਕਾ ਸੇਵਕ ਹਰ ਵਰਗਾ ਹੀ ਹੋ ਜਾਂਦਾ ਹੈ। ਕੁਝ ਗੁਰਬਾਣੀ ਫਰਮਾਨ। ਹਰ ਕੀ ਸੇਵਾ ਸਫਲ ਹੈ, ਗੁਰਮੁਖ ਪਾਵੈ ਥਾਏ। ਹਰ ਸੇਵਾ ਪਾਈ, ਹਰ ਸੇਵਾ ਭਾਈ, ਪਰਮਗਤ ਪਾਈ। ਹਰ ਊਤਮ ਹਰ ਹਰ ਕਾਮ ਜੀਉ। ਆਸਾ ਸ਼ੰਤ ਮਹਿਲਾ ਚੌਥਾ। ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਐ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਗੁਜਰੀ ਮਹਿਲਾ ਤੀਜਾ। ਹਰ ਕੀ ਸੇਵਾ ਚਾਕਰੀ, ਸੱਚੇ ਸ਼ਬਦ ਪਿਆਰ। ਪੰਨਾ 512 ਤੇ। ਹਰ ਕੇ ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਿਰਾਰੀ ਰੇ। ਬਿਲਾਵਲ ਬਾਣੀ ਭਗਤਾਂ ਜੀ। ਹਰ ਕਾ ਸੇਵਕ ਸੋ ਹਰ ਜੇਹਾ। ਮਾਰੂ ਸੋਲਹੇ ਮਹਿਲਾ ਪੰਜਵਾਂ। ਹਰ ਕਾ ਸੇਵਕ ਸਦ ਹੀ ਮੁਕਤਾ। ਚਾਰ ਪਦਾਰਥ ਹਰ ਕੀ ਸੇਵਾ। ਮੱਝ ਮਹਿਲਾ ਪੰਜਵਾਂ। ਪ੍ਰਭ ਸੇਵਾ ਜਮ ਲੱਗੈ ਨਾ ਨੇਰੇ। ਗੌੜੀ ਮਹਿਲਾ ਪੰਜਵਾਂ। ਜਿਸ ਧਨ ਕੋ ਚਾਰ ਕੁੰਟ ਉਠ ਧਾਵੈ, ਸੋ ਧਨ ਹਰ ਸੇਵਾ ਤੇ ਪਾਵੈ। ਸੁਖਮਨੀ ਸਾਹਿਬ। ਸੋ ਗੁਰਮਤਿ ਦਾ ਫੈਸਲਾ ਹੈ ਕਿ ਹਰੀ ਦੀ ਸੇਵਾ ਤੋਂ ਬਿਨਾਂ ਸੁੱਖ ਮਿਲ ਹੀ ਨਹੀਂ ਸਕਦਾ, ਅਤੇ ਜਿਵੇਂ ਹੰਸ ਸਿਰਫ ਸਰਵਰ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ, ਉਸੇ ਤਰ੍ਹਾਂ ਪ੍ਰਭੂ ਦਾ ਸੇਵਕ ਉਸ ਦੀ ਸੇਵਾ ਤੋਂ ਬਿਨਾਂ ਵੀ ਨਹੀਂ ਰਹਿ ਸਕਦਾ। ਬਿਨ ਹਰ ਸੇਵਾ ਸੁਖ ਨਹੀਂ ਹੈ, ਸਾਕਤ ਆਵੇ ਜਾਹੀ। ਰਾਗ ਗੌੜੀ ਮਾਲਵਾ ਮਹਿਲਾ ਪੰਜਵਾਂ। ਜੈਸੇ ਹੰਸ ਸਰਵਰ ਬਿਨ ਰਹਿ ਨਾ ਸਕੈ, ਤੈਸੇ ਹਰ ਜਨ ਕਿਉਂ ਰਹਿ ਹਰ ਸੇਵਾ ਬਿਨ। ਰਾਗ ਆਸਾਵਰੀ ਕਰ 16ਵਾਂ ਕੀ ਮਹਿਲਾ ਚੌਥਾ। ਦੂਸਰੀ ਸੇਵਾ ਹੈ ਜੀ ਗੁਰੂ ਜਾਂ ਸਤਿਗੁਰੂ ਦੀ ਸੇਵਾ। ਪਹਿਲੀ ਸੇਵਾ ਸੀ ਪ੍ਰਮਾਤਮਾ ਦੀ ਸੇਵਾ, ਉਸ ਤੋਂ ਬਾਅਦ ਹੈ ਸਤਿਗੁਰੂ ਦੀ ਸੇਵਾ। ਪ੍ਰਮਾਤਮਾ ਦੀ ਸੇਵਾ ਤੋਂ ਬਾਅਦ ਗੁਰੂ ਦੀ ਸੇਵਾ ਹੈ, ਕਿਉਂਕਿ ਗੁਰੂ ਹੀ ਸਾਨੂੰ ਸੁਝੀ ਦਿੰਦਾ ਹੈ। ਪ੍ਰਮਾਤਮਾ ਦਾ ਗਿਆਨ, ਉਸ ਦੀ ਸਮਰੱਥਾ, ਉਸ ਦਾ ਪਿਆਰ ਸਾਰਾ ਗੁਰੂ ਹੀ ਪੈਦਾ ਕਰਨ ਵਾਲਾ ਹੈ। ਇਸ ਲਈ ਪ੍ਰਮਾਤਮਾ ਨੂੰ ਪਾਉਣ ਲਈ ਗੁਰੂ ਦੀ ਸ਼ਰਨ ਜਾਣਾ ਬਹੁਤ ਜ਼ਰੂਰੀ ਹੈ। ਗੁਰੂ ਜਾਂ ਸਤਿਗੁਰੂ ਹੀ ਸਾਨੂੰ ਪ੍ਰਮਾਤਮਾ ਦੇ ਗੁਣ ਦੱਸਦਾ ਹੈ, ਉਸ ਦੀ ਸਿਫਤ ਸਲਾਹ ਕਰਨ ਦੀ ਮਹੱਤਤਾ ਦੱਸਦਾ ਹੈ, ਉਸ ਦੀ ਕੀਰਤ ਕਰਨ ਦਾ ਤਰੀਕਾ ਵੀ ਗੁਰੂ ਨੇ ਹੀ ਝੋਰੇ ਪਾਉਣਾ ਹੈ। ਇਸ ਲਈ ਗੁਰੂ ਦੀ ਸੇਵਾ ਗੁਰਮਤਿ ਵਿੱਚ ਵਿਸ਼ੇਸ਼ ਸਥਾਨ ਰੱਖਦੀ ਹੈ। ਗੁਰਬਾਣੀ ਫਰਮਾਨ ਹਨ। ਮਨ ਮੇਰੇ ਸਤਿਗੁਰ ਸੇਵਾ ਸਾਰ। ਸ਼੍ਰੀ ਰਾਗ ਮਹਿਲਾ ਪੰਜਵਾਂ। ਮੇਰੇ ਮਨ ਸਤਿਗੁਰ ਕੀ ਸੇਵਾ ਲਾਗ। ਸ਼੍ਰੀ ਰਾਗ ਮਹਿਲਾ ਪੰਜਵਾਂ। ਸਤਿਗੁਰ ਸੇਵਾ ਸਫਲ ਹੈ ਬਣੀ। ਗੌੜੀ ਗਵਾਰੀੜੀ ਮਹਿਲਾ ਚੌਥਾ। ਰਾਮ ਭਗਤ ਗੁਰ ਸੇਵਾ ਕਰਤਰਣਾ। ਗੌੜੀ ਮਹਿਲਾ ਪਹਿਲਾ। ਗੁਰ ਕੀ ਸੇਵਾ ਸ਼ਬਦ ਵਿਚਾਰ। ਗੌੜੀ ਮਹਿਲਾ ਪਹਿਲਾ। ਗੁਰ ਸੇਵਾ ਤਪਾਂ ਸਿਰ ਤਪ ਸਾਰ। ਆਸਾ ਮਹਿਲਾ ਤੀਜਾ। ਸੋ ਗੁਰੂ ਦੀ ਸੇਵਾ ਸਾਰੇ ਤਪਾਂ ਦਾ ਸ਼੍ਰੋਮਣੀ ਤਪ ਹੈ। ਇਹੀ ਸੇਵਾ ਸਫਲ ਹੈ। ਗੁਰੂ ਦੀ ਸੇਵਾ ਸ਼ਬਦ ਦੀ ਵਿਚਾਰ ਨਾਲ ਹੀ ਹੈ, ਪਰ ਇਹ ਕਰ ਉਹ ਹੀ ਸਕਦਾ ਹੈ ਜਿਸ ਤੇ ਪ੍ਰਭੂ ਦੀ ਕਿਰਪਾ ਹੋਵੇ। ਜਦੋਂ ਉਸ ਦੀ ਨਜ਼ਰ ਹੋ ਜਾਵੇ ਤਾਂ ਸਿੱਖ ਦੇ ਅੰਦਰੋਂ ਹਉਮੈ ਖਤਮ ਹੁੰਦੀ ਹੈ ਅਤੇ ਉਹ ਆਪਾ ਗਵਾ ਕੇ ਸਤਿਗੁਰੂ ਦੀ ਸੇਵਾ ਕਰਦਾ ਹੈ। ਫਿਰ ਉਸ ਨੂੰ ਸਭ ਫਲ ਪ੍ਰਾਪਤ ਹੁੰਦੇ ਹਨ। ਉਸ ਦੇ ਹਿਰਦੇ ਅੰਦਰ ਪ੍ਰਭੂ ਆ ਵਸਦਾ ਹੈ ਅਤੇ ਗੁਰੂ ਦੀ ਸੇਵਾ ਵਿੱਚ ਚਿੱਤ ਲਾਉਣ ਵਾਲੇ ਤੋਂ ਗੁਰੂ ਸਾਹਿਬ ਬਲਹਾਰ ਜਾਂਦੇ ਹਨ। ਗੁਰ ਸੇਵਾ ਤੇ ਹਰ ਪਾਈਐ, ਜਾ ਕੋ ਨਦਰ ਕਰੇ। ਮਹਿਲਾ ਤੀਜਾ। ਅੰਤਰ ਤੇਰੇ ਹਰ ਵਸੈ, ਗੁਰ ਸੇਵਾ ਸੁਖ ਪਾਏ। ਸ਼੍ਰੀ ਰਾਗ ਮਹਿਲਾ ਤੀਜਾ। ਗੁਰ ਸੇਵਾ ਸੁਖ ਪਾਈਐ, ਹਰ ਵਰ ਸਹਿਜ ਸੀਗਾਰ। ਸ਼੍ਰੀ ਰਾਗ ਮਹਿਲਾ ਪਹਿਲਾ। ਸਤਿਗੁਰ ਕੀ ਸੇਵਾ ਸੋ ਕਰੇ, ਜਿਸ ਬਿਨਸੈ ਹਉਮੈ ਤਾਪ। ਸ਼੍ਰੀ ਰਾਗ ਮਹਿਲਾ ਪੰਜਵਾਂ। ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਈ। ਸ਼੍ਰੀ ਰਾਗ ਮਹਿਲਾ ਤੀਜਾ। ਸਤਿਗੁਰ ਕੀ ਸੇਵਾ ਅਤ ਸੁਖਾਲੀ, ਜੋ ਇੱਛੈ ਸੋ ਫਲ ਪਾਈ। ਸ਼੍ਰੀ ਰਾਗ ਮਹਿਲਾ ਤੀਜਾ। ਗੁਰ ਸੇਵਾ ਤੇ ਸਦਾ ਸੁਖ ਪਾਇਆ। ਮਾਝ ਮਹਿਲਾ ਤੀਜਾ। ਗੁਰ ਸੇਵਾ ਤੇ ਜੁਗ ਚਾਰੇ ਜਾਤੇ। ਮਾਝ ਮਹਿਲਾ ਤੀਜਾ। ਹਉ ਬਲਿਹਾਰੀ ਸਦਾ ਤਿਨ ਵਿਟੋਂ, ਗੁਰ ਸੇਵਾ ਚਿੱਤ ਲਾਵਣਿਆ। ਮਾਝ ਮਹਿਲਾ ਤੀਜਾ। ਇੱਕ ਪਾਸੇ ਜਿੱਥੇ ਗੁਰੂ ਦੀ ਸੇਵਾ ਤੋਂ ਇੱਕ ਸਾਧਕ ਨੂੰ ਮਿਲਣ ਵਾਲੇ ਦੁਨਿਆਵੀ ਅਤੇ ਰੂਹਾਨੀ ਲਾਭ ਦੱਸੇ ਹਨ, ਉੱਥੇ ਦੂਜੇ ਪਾਸੇ ਗੁਰੂ ਦੀ ਸੇਵਾ ਨਾ ਕਰਨ ਵਾਲਿਆਂ ਨੂੰ ਹੋਣ ਵਾਲੇ ਨੁਕਸਾਨ ਵੀ
ਗੁਰਬਾਣੀ ਵਿੱਚ ਦੱਸੇ ਹਨ। ਕਿਵੇਂ ਉਹ ਅੰਤ ਨੂੰ ਪਛਤਾਉਂਦੇ ਹਨ ਅਤੇ ਕਾਲ ਵੀ ਗੁਰੂ ਦੀ ਸੇਵਾ ਤੋਂ ਬਿਨਾਂ ਨਹੀਂ ਛੱਡਦਾ। ਗੁਰ ਸੇਵਾ ਤੇ ਹਰ ਮਨ ਵਸਿਆ, ਹਰ ਰਸ ਸਹਿਜ ਪੀਆਵਣਿਆ। ਮਾਝ ਮਹਿਲਾ ਤੀਜਾ। ਗੁਰ ਸੇਵਾ ਤੇ ਹਰ ਨਾਮ ਪਾਇਆ, ਬਿਨ ਸਤਿਗੁਰ ਕੋਈ ਨਾ ਪਾਵਣਿਆ। ਗੁਰੂ ਦੀ ਸੇਵਾ ਦਾ ਲਾਭ ਹੈ ਜਿਹੜਾ ਕਿ ਪ੍ਰਮਾਤਮਾ ਦਾ ਨਾਮ ਹੈ ਜਿਹੜਾ ਉਹ ਅਵਸਥਾ ਹੈ। ਸਤਿਗੁਰ ਸੇਵਾ ਨਾ ਕਰੈ, ਫਿਰ ਪਛਤਾਣੇ। ਗੌੜੀ ਵੈਰਾਗਣ ਮਹਿਲਾ ਤੀਜਾ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਈ। ਸ਼ਲੋਕ ਮਹਿਲਾ ਤੀਜਾ। ਕਾਲ ਨਾ ਛੋੜੈ, ਬਿਨ ਗੁਰ ਕੀ ਸੇਵਾ। ਗੌੜੀ ਮਹਿਲਾ ਪਹਿਲਾ। ਗੁਰੂ ਇਸ ਲਈ ਧਨਤਾ ਯੋਗ ਹੈ ਕਿਉਂਕਿ ਉਸ ਦੀ ਸੇਵਾ ਤੋਂ ਹੀ ਪ੍ਰਭੂ ਦੇ ਨਾਮ ਨਾਲ ਲਿਵ ਲੱਗੀ ਹੈ। ਵਿਚਾਰਨਯੋਗ ਹੈ ਕਿ ਜੇ ਅਸੀਂ ਬਾਕੀ ਗੁਰੂ ਸਾਹਿਬਾਨਾਂ ਦੀ ਬਾਣੀ ਵਿੱਚ ਆਏ ਹੋਏ ਸ਼ਬਦ ਗੁਰ ਕੀ ਸੇਵਾ ਨੂੰ ਉਹਨਾਂ ਤੋਂ ਪਹਿਲੇ ਗੁਰੂ ਸਾਹਿਬ ਲਈ ਵਰਤਿਆ ਸੋਚੀਏ ਤਾਂ ਗੁਰੂ ਨਾਨਕ ਸਾਹਿਬ ਜੀ ਫਿਰ ਕਿਹੜੇ ਗੁਰੂ ਦੀ ਸੇਵਾ ਬਾਰੇ ਕਹਿੰਦੇ ਹਨ? ਇਸ ਦਾ ਭਾਵ ਸ਼ਬਦ ਗੁਰੂ ਤੋਂ ਹੀ ਹੈ ਅਤੇ ਸ਼ਬਦ ਗੁਰੂ ਦੀ ਸੇਵਾ ਗੁਰੂ ਦੀ ਵਿਚਾਰ ਹੀ ਹੈ। ਬਾਣੀ ਦੇ ਵਚਨਾਂ ਨੂੰ ਸਿੱਖਣਾ, ਸਮਝਣਾ ਅਤੇ ਜੀਵਨ ਵਿੱਚ ਕਮਾਉਣਾ ਹੀ ਗੁਰੂ ਦੀ ਸੇਵਾ ਹੈ, ਕਿਉਂਕਿ ਗੁਰਮਤਿ ਕਿਸੇ ਦੇਹਧਾਰੀ ਗੁਰੂ ਵਿੱਚ ਵਿਸ਼ਵਾਸ ਨਹੀਂ ਰੱਖਦੀ। ਧੰਨ ਧੰਨ ਹਰ ਭਗਤ ਸਤਿਗੁਰੂ ਹਮਾਰਾ, ਜਿਸ ਕੀ ਸੇਵਾ ਤੇ ਹਮ ਹਰਿ ਨਾਮ ਲਿਵ ਲਾਈ। ਇਸ ਤੋਂ ਬਾਅਦ ਹੈ ਜੀ ਤੀਸਰਾ ਪੁਆਇੰਟ ਹੈ ਸੰਤ ਜਾਂ ਸਾਧ ਦੀ ਸੇਵਾ। ਗੁਰਮਤਿ ਵਿੱਚ ਸੰਤ ਦੀ ਸੇਵਾ ਨੂੰ ਵੀ ਖਾਸ ਵਡਿਆਈ ਦਿੱਤੀ ਗਈ ਹੈ, ਪਰ ਇਹ ਸਾਨੂੰ ਬਹੁਤ ਜ਼ਰੂਰੀ ਹੈ ਕਿ ਗੁਰਬਾਣੀ ਦੀ ਰੋਸ਼ਨੀ ਵਿੱਚ ਸਾਧ ਜਾਂ ਸੰਤ ਨੂੰ ਸਮਝ ਸਕੀਏ। ਕਿਤੇ ਬਾਹਰੀ ਭੇਖ ਤੋਂ ਪ੍ਰਭਾਵਿਤ ਹੋ ਕੇ ਹੀ ਬਨਾਰਸ ਕੇ ਠੱਗ ਦੀ ਸੇਵਾ ਨਾ ਕਰਨ ਲੱਗ ਜਾਈਏ। ਗੁਰਬਾਣੀ ਵਿੱਚ ਸਾਧ ਦੀ ਸੇਵਾ ਬਾਰੇ ਕੁਝ ਫਰਮਾਨ ਹਨ। ਸੇਵਾ ਸਾਧ ਤਿਸ ਭਾਵ ਸੀ, ਸੰਤਾਂ ਕੀ ਹੋਈ ਸ਼ਾਰ। ਮਾਝ ਮਹਿਲਾ ਪੰਜਵਾਂ। ਕਰ ਸੇਵਾ ਤੂੰ ਸਾਧ ਕੀ, ਹੋ ਕਾਟੀਐ ਜਮ ਜਾਲ। ਰਾਗ ਗੌੜੀ ਮਾਲਵਾ ਮਹਿਲਾ ਪੰਜਵਾਂ। ਸਾਧ ਸੇਵਾ ਲਾਵੈ ਜਿਹ ਆਪੈ। ਪੌੜੀ ਪੰਨਾ 260 ਤੇ। ਹੋਲੀ ਕੀਨੀ ਸੰਤ ਸੇਵ। ਬਸੰਤ ਮਹਿਲਾ ਪੰਜਵਾਂ ਕਰ ਪਹਿਲਾ। ਸੰਤ ਕੀ ਸੇਵਾ ਨਾਮ ਧਿਆਈਏ। ਸੰਤ ਦੀ ਸੇਵਾ ਵੀ ਅਸਲ ਵਿੱਚ ਉਹੀ ਹੈ ਜਿਸ ਨੂੰ ਅਸੀਂ ਨਾਮ ਜਪਣ ਦੀ ਗੱਲ ਕਰਦੇ ਹਾਂ। ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਆਸਾ ਮਹਿਲਾ ਪੰਜਵਾਂ। ਸੰਤ ਸੇਵਾ ਕਰ ਭਾਵਨੀ ਲਾਈਏ, ਤਿਆਗ ਮਾਨ ਹਾਠੀਲਾ। ਗੁਰਬਾਣੀ ਵਿੱਚ ਸੰਤ ਜਾਂ ਸਾਧ ਸ਼ਬਦ ਦੇ ਦੋ ਅਰਥ ਨਿਕਲਦੇ ਹਨ। ਇੱਕ ਵਚਨ ਰੂਪ ਵਿੱਚ ਇਹ ਗੁਰੂ ਜਾਂ ਪ੍ਰਮਾਤਮਾ ਲਈ ਆਇਆ ਹੈ ਅਤੇ ਬਹੁਵਚਨ ਰੂਪ ਵਿੱਚ ਸੰਗਤ ਵਾਸਤੇ। ਗੁਰਸਿੱਖਾਂ ਦੀ ਸੰਗਤ ਨੂੰ ਵੀ ਸੰਤਨ ਕਿਹਾ ਗਿਆ ਹੈ। ਤਾਂ ਤੇ ਸੰਤ ਜਾਂ ਸਾਧ ਦੀ ਸੇਵਾ ਦਾ ਇੱਕ ਪਾਸੇ ਮਤਲਬ ਗੁਰੂ ਦੀ ਸੇਵਾ ਯਾਨੀ ਬਾਣੀ ਦੀ ਵਿਚਾਰ ਹੈ ਅਤੇ ਦੂਸਰੇ ਪਾਸੇ ਉਸ ਦੇ ਨਾਮ ਵਿੱਚ ਰਤੇ ਹੋਇਆਂ ਦੀ ਸੇਵਾ ਲਿਖੀ ਹੈ, ਕਿਉਂਕਿ ਉਹਨਾਂ ਦੀ ਸੰਗਤ ਹੀ ਨਾਮ ਵੱਲ ਪ੍ਰੇਰਦੀ ਹੈ। ਅਸੀਂ ਅਰਦਾਸ ਵਿੱਚ ਹਰ ਰੋਜ਼ ਮੰਗਦੇ ਹਾਂ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਅਗਲੀ ਸੇਵਾ ਹੈ ਜੀ ਨਾਮ ਕੀ ਸੇਵਾ। ਇਹ ਗੱਲ ਭਾਵੇਂ ਹੈਰਾਨੀ ਵਾਲੀ ਲੱਗਦੀ ਹੈ ਕਿ ਨਾਮ ਦੀ ਵੀ ਸੇਵਾ ਹੋ ਸਕਦੀ ਹੈ, ਪਰ ਗੁਰਬਾਣੀ ਤੋਂ ਪੁੱਛੀਏ ਤਾਂ ਗੁਰੂ ਸਾਹਿਬ ਜੀ ਨਾਮ ਦੀ ਸੇਵਾ ਕਰਨ ਲਈ ਵੀ ਤਾਕੀਦ ਕਰਦੇ ਹਨ, ਕਿਉਂਕਿ ਨਾਮ ਅਤੇ ਨਾਮੀ ਇੱਕ ਹੀ ਹਨ। ਜੇ ਪ੍ਰਭੂ ਦੀ ਸੇਵਾ ਦੀ ਗੱਲ ਹੈ ਤਾਂ ਉਸ ਦੇ ਨਾਮ ਦੀ ਵੀ ਸੇਵਾ ਦਾ ਜ਼ਿਕਰ ਹੈ। ਜਨ ਰਤਾ ਹਰਿ ਨਾਮ ਕੀ ਸੇਵਾ। ਗੌੜੀ ਸੁਖਮਨੀ ਮਹਿਲਾ ਪੰਜਵਾਂ। ਨਾਮੈ ਕੀ ਸਭ ਸੇਵਾ ਕਰੈ, ਗੁਰਮੁਖ ਨਾਮ 부ਝਾਈ। ਆਸਾ ਮਹਿਲਾ ਤੀਜਾ। ਜਨ ਨਾਨਕ ਨਾਮ ਸਲਾਹ ਤੂੰ, ਸੱਚ ਸੱਚੇ ਸੇਵਾ ਤੇਰੀ ਹੋਤ। ਇਸ ਤੋਂ ਅੱਗੇ ਜੀ ਮਨੁੱਖਤਾ ਦੀ ਸੇਵਾ, ਜਿਹੜੀ ਸੇਵਾ ਅਸੀਂ ਆਮ ਜਿਹੜੀ ਸੇਵਾ ਦਾ ਕਨਸੈਪਟ ਬਹੁਤੇ ਸਮਝਦੇ ਨੇ। ਦੁਨੀਆ ਵਿੱਚ ਵਿਚਰਦੇ ਹੋਏ ਸਾਡਾ ਸੰਬੰਧ ਹੋਰ ਦੁਨੀਆ ਨਾਲ ਬਣਿਆ ਹੋਇਆ ਹੈ, ਜਿਸ ਵਿੱਚ ਬੇਅੰਤ ਤਰ੍ਹਾਂ ਦੀ ਦੁੱਖ ਤੇ ਘਾਟਾਂ ਨਜ਼ਰ ਆਉਂਦੀਆਂ ਹਨ। ਆਪਣੀ ਆਪਣੀ ਸਮਰੱਥਾ ਅਨੁਸਾਰ ਜੋ ਵੀ ਕੁਝ ਕੋਈ ਦੂਸਰੇ ਲੋੜਵੰਦਾਂ ਲਈ ਕਰ ਸਕਦਾ ਹੈ, ਉਸ ਨੂੰ ਪਹਿਲ ਦੇ ਆਧਾਰ ਤੇ ਕਰਨਾ ਚਾਹੀਦਾ ਹੈ। ਭੁੱਖੇ ਨੂੰ ਰੋਟੀ, ਨੰਗੇ ਨੂੰ ਕੱਪੜਾ, ਨਿਆਸਰੇ ਨੂੰ ਆਸਰਾ ਦੇਣ ਦਾ ਹੁਕਮ ਹਰ ਇੱਕ ਗੁਰਸਿੱਖ ਲਈ ਹੈ। ਪਰਮਾਤਮਾ ਅਤੇ ਗੁਰੂ ਦਾ ਜੋ ਦਿਆਲੂ ਅਤੇ ਕਿਰਪਾਲੂ ਸੁਭਾਅ ਹੈ, ਉਸ ਵਰਗਾ ਬਣਨ ਦੀ ਸਦਾ ਤਾਂਘ ਰਹਿਣੀ ਚਾਹੀਦੀ ਹੈ। ਦੂਜਿਆਂ ਦੇ ਦੁੱਖ ਨੂੰ ਆਪਣਾ ਦੁੱਖ ਸਮਝਣ ਨਾਲ ਹੀ ਉਸ ਲਈ ਕੁਝ ਕੀਤਾ ਜਾ ਸਕਦਾ ਹੈ। ਇਸ ਸੇਵਾ ਦੇ ਬੇਅੰਤ ਮੌਕੇ ਸਾਨੂੰ ਹਰ ਰੋਜ਼ ਮਿਲਦੇ ਰਹਿੰਦੇ ਹਨ। ਕਿਸੇ ਦੁਰਘਟਨਾਗ੍ਰਸਤ ਵਿਅਕਤੀ ਨੂੰ ਸੰਭਾਲਣਾ, ਹਸਪਤਾਲੋਂ ਮੈਡੀਕਲ ਸਹਾਇਤਾ ਦਿਵਾਉਣੀ, ਕਿਸੇ ਬਜ਼ੁਰਗ ਜਾਂ ਬੱਚੇ ਨੂੰ ਸੜਕ ਪਾਰ ਕਰਾਉਣੀ, ਜੋ ਵੀ ਹੁਨਰ ਆਪਣੇ ਕੋਲ ਹੈ, ਕਲਾ ਆਪਣੇ ਕੋਲ ਹੈ, ਉਸ ਦੀ ਵਰਤੋਂ ਦੂਜਿਆਂ ਲਈ ਨਿਰਸਵਾਰਥ ਕਰਨੀ ਬੜੀ ਵੱਡੀ ਸੇਵਾ ਹੈ। ਜਿਵੇਂ ਕਿਸੇ ਪੜ੍ਹੇ ਲਿਖੇ ਵਿਅਕਤੀ ਵੱਲੋਂ ਦੂਸਰੇ ਦੇ ਫਾਰਮ ਆਦਿ ਭਰ ਦੇਣੇ। ਬਹੁਤ ਸਾਰੇ ਕੰਮ ਅਜਿਹੇ ਹੁੰਦੇ ਹਨ ਜਿਨ੍ਹਾਂ ਤੇ ਕੋਈ ਬਹੁਤਾ ਖਰਚਾ ਵੀ ਨਹੀਂ ਹੁੰਦਾ, ਬਹੁਤੀ ਖਿੱਚ ਵੀ ਨਹੀਂ ਹੁੰਦੀ, ਪਰ ਉਸ ਦਾ ਸੰਬੰਧ ਵਿਅਕਤੀ ਨੂੰ ਬਹੁਤ ਜ਼ਿਆਦਾ ਹੁੰਦਾ ਹੈ। ਅਜਿਹੇ ਕੰਮ ਤੋਂ ਕਦੇ ਵੀ ਪਿੱਛੇ ਨਹੀਂ ਹਟਣਾ ਚਾਹੀਦਾ। ਕਿਸੇ ਵਿਅਕਤੀ ਨੂੰ ਠੀਕ ਸਲਾਹ ਦੇਣੀ, ਚੜ੍ਹਦੀ ਕਲਾ ਵਿੱਚ ਰਹਿਣ ਲਈ ਪ੍ਰੇਰਿਤ ਕਰਨਾ, ਹਮਦਰਦੀ ਅਤੇ ਪਿਆਰ ਸਤਿਕਾਰ ਦੇ ਬੋਲ ਬੋਲਣੇ, ਮੁਸਕਰਾਹਟ ਦੇਣੀ, ਅਜਿਹੀਆਂ ਕਿਰਿਆਵਾਂ ਹਨ ਜਿਨ੍ਹਾਂ ਨਾਲ ਸੰਬੰਧਿਤ ਵਿਅਕਤੀ ਹੀ ਨਹੀਂ ਸਗੋਂ ਇਹ ਸੇਵਾਵਾਂ ਦੇਣ ਵਾਲੇ ਨੂੰ ਵੀ ਇੱਕ ਵੱਖਰੀ ਅਤੇ ਅੰਦਰੂਨੀ ਖੁਸ਼ੀ
ਅਤੇ ਸੰਤੁਸ਼ਟੀ ਮਿਲਦੀ ਹੈ। ਗੁਰੂ ਸਾਹਿਬਾਨ ਨੇ ਤਾਂ ਪੰਥ ਵਸੇ ਮੈਂ ਉਜੜਾ ਮਨ ਚਾਉ ਘਨੇਰਾ ਵਾਂਗ ਜਿਉਂ ਕਿ ਦਿਖਾਇਆ ਹੈ। ਗੁਰੂ ਤੇਗ ਬਹਾਦਰ ਜੀ ਵੱਲੋਂ ਉਸ ਵਿਸ਼ਵਾਸ ਲਈ ਆਪਣੀ ਕੁਰਬਾਨੀ ਦੇ ਦੇਣੀ ਜਿਸ ਨਾਲ ਉਹ ਖੁਦ ਸਹਿਮਤ ਨਹੀਂ ਸਨ, ਮਨੁੱਖਤਾ ਦੀ ਉੱਤਮ ਸੇਵਾ ਆਖੀ ਜਾ ਸਕਦੀ ਹੈ। ਸੇਵਾ ਸਿਰਫ ਤਨ ਨਾਲ ਜਾਂ ਮਾਇਆ ਨਾਲ ਹੀ ਨਹੀਂ ਹੁੰਦੀ, ਸਗੋਂ ਵਧੀਆ ਵਿਚਾਰਾਂ ਨਾਲ ਦੂਜੇ ਦੀ ਜ਼ਿੰਦਗੀ ਸਵਾਰਨੀ ਅਤੇ ਹੋਰਾਂ ਨੂੰ ਮੰਦੇ ਕੰਮਾਂ ਤੋਂ ਰੋਕਣਾ ਵੀ ਸੇਵਾ ਹੈ। ਕਿਸੇ ਮਜ਼ਲੂਮ ਦੀ ਸੇਵਾ ਜਰਵਾਣੇ ਤੋਂ ਰੱਖਿਆ ਕਰਨੀ ਵੀ ਸੇਵਾ ਹੀ ਹੈ, ਭਾਵੇਂ ਇਸ ਲਈ ਹਥਿਆਰਾਂ ਨਾਲ ਜੰਗ ਕਿਉਂ ਨਾ ਕਰਨੀ ਪਵੇ ਜਾਂ ਆਪਣੀ ਜਾਨ ਕੁਰਬਾਨ ਕਰਨੀ ਪਵੇ, ਜਿਵੇਂ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਜ਼ਿੰਦਗੀ ਕੁਰਬਾਨ ਕਰਕੇ ਸੇਵਾ ਕਰਨੀ ਸਿਖਾਈ ਹੈ। ਸੇਵਾ ਦਾ ਖੇਤਰ ਬਹੁਤ ਵਿਸ਼ਾਲ ਹੈ। ਸਾਰ ਰੂਪ ਵਿੱਚ ਹਰ ਉਹ ਕੰਮ ਜਿਸ ਨੂੰ ਕਰਨ ਨਾਲ ਦੂਸਰੇ ਵਿਅਕਤੀ ਨੂੰ ਭੌਤਿਕ, ਮਾਨਸਿਕ ਕਿਸੇ ਵੀ ਰੂਪ ਵਿੱਚ ਸੁੱਖ ਮਿਲਦਾ ਹੋਵੇ, ਜਿਸ ਦੇ ਬਦਲੇ ਵਿੱਚ ਉਸ ਤੋਂ ਜਰਾ ਜਿੰਨੀ ਵੀ ਆਸ ਨਾ ਕੀਤੀ ਜਾਵੇ, ਉਹ ਸੇਵਾ ਵਿੱਚ ਆ ਜਾਂਦੀ, ਕਿਉਂਕਿ ਖਲਕਤ ਦੀ ਸੇਵਾ ਹੀ ਨਾਲ ਹੀ ਮਾਲਕ ਖੁਸ਼ ਹੁੰਦਾ ਹੈ। ਅਗਲਾ ਪੁਆਇੰਟ ਹੈ ਜੀ, ਸੇਵਾ ਕਿਸ ਤਰ੍ਹਾਂ ਕੀਤੀ ਜਾਵੇ। ਕਈ ਤਰੀਕੇ ਨੇ ਸੇਵਾ ਕਰਨ ਦੇ। ਸਭ ਤੋਂ ਪਹਿਲਾਂ ਹੈ ਤਨ ਰਾਹੀਂ ਸੇਵਾ। ਸਰੀਰ ਰਾਹੀਂ ਸੇਵਾ ਵਿੱਚ ਉਹ ਸਾਰੀਆਂ ਕਿਰਿਆਵਾਂ ਆ ਜਾਂਦੀਆਂ ਹਨ ਜਿਹੜੀਆਂ ਲਈ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਵਰਤੋਂ ਵਿੱਚ ਲਿਆਂਦਾ ਜਾਵੇ। ਇਸ ਵਿੱਚ ਪੱਖਾ ਫੇਰਨਾ, ਪਾਣੀ ਢੋਣਾ, ਲੰਗਰ ਬਣਾਉਣਾ, ਵਰਤਾਉਣਾ, ਸਫਾਈ ਕਰਨੀ, ਫਰਸ਼ ਧੋਣੇ, ਗੁਰੂ ਘਰ ਨਾਲ ਸੰਬੰਧਿਤ ਹੋਰ ਕੋਈ ਵੀ ਕੰਮ ਜਿਹੜਾ ਗੁਰਦੁਆਰਾ ਪ੍ਰਬੰਧ ਵਿੱਚ ਜਾਂ ਸੰਗਤ ਦੀ ਸੁੱਖ ਸੁਵਿਧਾ ਲਈ ਹੋਵੇ, ਉਹ ਤਨ ਦੀ ਸੇਵਾ ਵਿੱਚ ਆ ਜਾਂਦੇ ਹਨ। ਗੁਰਦੁਆਰਾ ਉਸਾਰੀ, ਕਾਰ ਸੇਵਾ, ਕਿਸੇ ਵੀ ਸਮਾਗਮ ਲਈ ਪ੍ਰਬੰਧ ਕਰਨਾ ਤਨ ਦੀ ਸੇਵਾ ਹੀ ਹੈ। ਸਮਾਜ ਵਿੱਚ ਵਿਚਰਦਿਆਂ ਆਪਣੇ ਸੰਪਰਕ ਵਿੱਚ ਆਉਣ ਵਾਲੇ ਕਿਸੇ ਵੀ ਗਰੀਬ, ਬਿਮਾਰ, ਦੁਖੀ, ਬਜ਼ੁਰਗ, ਔਰਤ ਆਦਿ ਦੀ ਉਸ ਦੀ ਲੋੜ ਮੁਤਾਬਕ ਸੇਵਾ ਕੀਤੀ ਜਾਣੀ ਚਾਹੀਦੀ ਹੈ। ਧਨ ਦੀ ਸੇਵਾ ਗੁਰੂ ਘਰ ਲਈ, ਗੁਰਸਿੱਖਾਂ ਲਈ, ਕਿਸੇ ਵੀ ਲੋੜਵੰਦ ਦੀ ਲੋੜ ਪੂਰੀ ਕਰਨ ਲਈ ਖਰਚਿਆ ਹੋਇਆ ਧਨ ਇਸ ਤਰ੍ਹਾਂ ਦੀ ਸੇਵਾ ਕਹਾਉਂਦਾ ਹੈ। ਗੁਰਦੁਆਰੇ ਵਿੱਚ ਸੰਗਤ ਦੀਆਂ ਲੋੜਾਂ ਪੂਰੀਆਂ ਕਰਨੀਆਂ ਕਿਸੇ ਵੀ ਇੱਕ ਵਿਅਕਤੀ ਦੇ ਵੱਸ ਦਾ ਕੰਮ ਨਹੀਂ ਹੁੰਦਾ, ਇਸ ਲਈ ਸਾਂਝੇ ਕੰਮਾਂ ਵਿੱਚ ਸੰਗਤ ਵੱਲੋਂ ਰਲ ਮਿਲ ਕੇ ਯੋਗਦਾਨ ਪਾਇਆ ਜਾਂਦਾ ਹੈ। ਗੁਰੂ ਘਰ ਤੋਂ ਬਾਹਰ ਸਮਾਜ ਵਿੱਚ ਵਿਚਰਦੇ ਹੋਏ ਕਿਸੇ ਵੀ ਲੋੜਵੰਦ ਦੀ ਮਦਦ ਕਰਨ ਦਾ ਗੁਰਸਿੱਖਾਂ ਨੂੰ ਹੁਕਮ ਹੈ, ਕਿਉਂਕਿ ਘਰ ਘਰ ਅੰਦਰ ਧਰਮਸਾਲ ਗੁਰਬਾਣੀ ਦਾ ਸਿਧਾਂਤ ਹੈ। ਗੁਰਸਿੱਖ ਨੇ ਮਦਦ ਕਰਨ ਵੇਲੇ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਕਰਨਾ। ਧਰਮ, ਜਾਤ, ਰੰਗ, ਨਸਲ ਆਦਿ ਦਾ ਦਸਵੰਧ ਦਾ ਹੁਕਮ ਗੁਰਸਿੱਖੀ ਦਾ ਆਧਾਰ ਹੈ। ਆਪਣੇ ਹੱਕ ਦੀ ਕੀਤੀ ਕਮਾਈ ਵਿੱਚੋਂ ਕਿਸੇ ਵੀ ਲੋੜਵੰਦ ਲਈ ਧਨ ਖਰਚਣਾ ਧਨ ਨੂੰ ਸਫਲ ਕਰਨਾ ਹੈ। ਦਾਨ ਸ਼ਬਦ ਵੀ ਭਾਵੇਂ ਇਸ ਦਾ ਸਮਾਨ ਅਰਥਕ ਹੀ ਲੱਗਦਾ ਹੈ, ਪਰ ਗੁਰਮਤਿ ਵਿੱਚ ਦਾਨ ਨਹੀਂ ਸਗੋਂ ਦਸਵੰਧ ਤੇ ਲੋੜਵੰਦ ਦੀ ਲੋੜ ਪੂਰੀ ਕਰਨਾ ਸ਼ਬਦ ਨੇੜੇ ਉਹ ਜ਼ਿਆਦਾ ਵਰਤੇ ਗਏ ਨੇ। ਕਾਰਨ ਇਹ ਹੈ ਕਿ ਦਾਨ ਕਰਨ ਵਾਲਾ ਆਪਣੇ ਆਪ ਨੂੰ ਦਾਨੀ ਸਮਝ ਬੈਠਦਾ ਹੈ ਅਤੇ ਜਿਸ ਨੂੰ ਦਾਨ ਦੇ ਰਿਹਾ ਹੈ ਉਸ ਨੂੰ ਆਪਣੇ ਤੋਂ ਨੀਵਾਂ ਸਮਝ ਜਾਂਦਾ ਹੈ। ਇਹ ਗੱਲ ਗੁਰਮਤਿ ਵਿੱਚ ਬਿਲਕੁਲ ਵੀ ਪ੍ਰਵਾਨ ਨਹੀਂ। ਇੱਥੇ ਤਾਂ ਜਿਸ ਲਈ ਕੁਝ ਕੀਤਾ ਜਾ ਰਿਹਾ ਹੈ ਉਸ ਨੂੰ ਆਪਣਾ ਭਰਾ ਸਮਝਣਾ ਹੈ ਅਤੇ ਉਸ ਦਾ ਧੰਨਵਾਦੀ ਹੋਣਾ ਹੈ, ਤਾਂ ਜੋ ਉਸਨੇ ਸਾਨੂੰ ਗੁਰਮਤਿ ਸਿਧਾਂਤ ਤੇ ਚੱਲਣ ਦਾ ਮੌਕਾ ਦਿੱਤਾ ਹੈ। ਜਦੋਂ ਮੈਂ ਕਰਤਾ ਹੀ ਨਹੀਂ, ਕਿਸੇ ਵਸਤੂ ਦਾ ਮਾਲਕ ਹੀ ਨਹੀਂ, ਤਾਂ ਮੇਰੇ ਵਿੱਚ ਦਾਨੀ ਬਣਨ ਦੀ ਭਾਵਨਾ ਆ ਹੀ ਨਹੀਂ ਸਕਦੀ। ਤੀਸਰੀ ਸੇਵਾ ਹੈ ਜੀ ਮਨ ਦੀ ਸੇਵਾ। ਤਨ ਅਤੇ ਧਨ ਦੀ ਸੇਵਾ ਨਾਲੋਂ ਵੱਡੀ ਮਨ ਦੀ ਸੇਵਾ ਹੈ, ਕਿਉਂਕਿ ਤਨ ਅਤੇ ਧਨ ਦੀ ਸੇਵਾ ਤਦ ਹੀ ਕੀਤੀ ਜਾ ਸਕਦੀ ਹੈ ਜੇ ਪਹਿਲਾਂ ਮਨ ਉਸ ਸੇਵਾ ਲਈ ਤਿਆਰ ਹੋਵੇ। ਮਨ ਵਿੱਚ ਸ਼ੁੱਧ ਗੁਰਮਤਿ ਵਿਚਾਰ ਅਤੇ ਸੱਚੀ ਭਾਵਨਾ ਹੋਵੇ ਤਦ ਹੀ ਸੇਵਾ ਸਫਲ ਹੈ। ਦੇਖਾ ਦੇਖੀ ਜਾਂ ਕਿਸੇ ਰਸਮ ਵਿੱਚ ਵੱਜ ਕੇ ਆਦਿ ਕੀਤੀ ਹੋਈ ਸੇਵਾ ਥਾਂ ਨਹੀਂ ਪੈਂਦੀ। ਗੁਰਵਾਕ ਹੈ, ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀਐ ਨਾਨਕ ਕਾਰਜ ਸਾਰ। ਮਨ ਸੂਖਮ ਹੈ, ਚੰਚਲ ਹੈ, ਵਿਕਾਰਾਂ ਦੇ ਕਬਜ਼ੇ ਵਿੱਚ ਹੈ, ਦੁਨਿਆਵੀ ਮੋਹ ਮਾਇਆ ਵਿੱਚ ਫਸਿਆ ਹੈ। ਇਸ ਲਈ ਇਸ ਮਨ ਨੂੰ ਅਸਲੀ ਸੇਵਾ ਕੀ ਹੈ, ਕਿਉਂ ਕੀਤੀ ਜਾਣੀ ਹੈ, ਕਿਵੇਂ ਕੀਤੀ ਜਾਣੀ ਹੈ, ਇਸ ਦਾ ਗਿਆਨ ਦੇਣਾ ਬਹੁਤ ਜ਼ਰੂਰੀ ਹੈ। ਅਕਸਰ ਦੇਖਣ ਵਿੱਚ ਆਇਆ ਹੈ ਕਿ ਬਹੁਤ ਵਿਅਕਤੀਆਂ ਵਿੱਚ ਸੇਵਾ ਹਉਮੈ ਪੈਦਾ ਕਰਦੀ ਹੈ ਅਤੇ ਉਹ ਆਪਣੇ ਆਪ ਨੂੰ ਵੱਡੇ ਸੇਵਕ ਸਮਝ ਬੈਠਦੇ ਹਨ। ਸੇਵਾ ਦਾ ਮੁੱਖ ਮਕਸਦ ਹੀ ਇਹ ਸੀ ਕਿ ਮਨ ਵਿੱਚ ਨਿਮਰਤਾ ਪੈਦਾ ਹੋਵੇ। ਜੇ ਉਸ ਦੀ ਥਾਂ ਤੇ ਹਉਮੈ ਆ ਗਈ ਤਾਂ ਕੀਤੀ ਗਈ ਸਾਰੀ ਸੇਵਾ ਨਿਸਫਲ ਹੈ। ਗੁਰੂ ਸਾਹਿਬ ਆਖਦੇ ਹਨ, ਹਉਮੈ ਵਿੱਚ ਸੇਵਾ ਨਾ ਹੋਈ ਤਾਂ ਮਨ ਵਿਰਥਾ ਜਾਏ। ਉਡਾਂਸ ਮਹਿਲਾ ਤੀਜਾ। ਜੋ ਵਾਰੀ ਸੇਵਾ ਅਸੀਂ ਦੇਖਦੇ ਹਾਂ ਉਸ ਦਾ ਮੁੱਖ ਮਕਸਦ ਸਾਡੇ ਹਿਰਦੇ ਦੇ ਭਾਂਡੇ ਨੂੰ ਨਾਮ ਲਈ ਤਿਆਰ ਕਰਨਾ ਹੈ। ਜਿਵੇਂ ਕਿਸੇ ਖੇਤ ਵਿੱਚ ਬੀਜ ਬੀਜਣ ਤੋਂ ਪਹਿਲਾਂ ਉਸ ਨੂੰ ਵਾਹਿਆ ਜਾਂਦਾ ਹੈ, ਮਿੱਟੀ ਪੋਲੀ ਕੀਤੀ ਜਾਂਦੀ ਹੈ, ਸਿਆੜ ਕੱਢੇ ਜਾਂਦੇ ਹਨ, ਤਦ ਹੀ ਬੀਜ ਬੀਜਿਆ ਜਾ ਸਕਦਾ ਹੈ। ਸੇਵਾ ਕਰਨ ਨਾਲ ਹਿਰਦਾ ਨਿਮਰ ਹੁੰਦਾ ਹੈ ਅਤੇ ਨਾਮ ਦਾ ਬੀਜਿਆ ਬੀਜ ਉਸ ਵਿੱਚ ਉੱਗ ਸਕਦਾ ਹੈ। ਪਰ ਜੇ ਕੋਈ ਸਾਰੀ ਉਮਰ ਭੂਮੀ ਹੀ ਤਿਆਰ ਕਰੀ ਜਾਵੇ ਤੇ ਉਸ ਵਿੱਚ ਬੀਜੇ ਕੁਝ ਵੀ ਨਾ, ਤਦ ਉਸ ਦਾ ਵੀ ਕੋਈ ਲਾਭ ਨਹੀਂ। ਜੈਸੇ ਧਰਤੀ ਸਾਧੈ ਬਹੁ ਵਿਧ, ਬਿਨ ਬੀਜੈ ਨਹੀਂ ਜਾਮੈ, ਰਾਮ ਨਾਮ ਬਿਨ ਮੁਕਤ ਨਾ ਹੋਈ ਹੈ, ਟੂਟੈ ਨਹੀਂ ਅਭਿਮਾਨੈ। ਸਾਰੰਗ ਮਹਿਲਾ ਪੰਜਵਾਂ। ਸੁਰਤ ਰਾਹੀਂ ਸੇਵਾ। ਗੁਰਮਤਿ ਵਿੱਚ ਜੋ ਵੀ ਸੇਵਾ ਇੱਕ ਜਗਿਆਸੂ ਕਰਦਾ ਹੈ
ਉਹਨਾਂ ਸਾਰੀਆਂ ਵਿੱਚੋਂ ਸੁਰਤ ਰਾਹੀਂ ਕੀਤੀ ਗਈ ਸੇਵਾ ਨੂੰ ਉੱਤਮ ਮੰਨਿਆ ਗਿਆ ਹੈ, ਕਿਉਂਕਿ ਸੁਰਤ ਮਨ ਤੋਂ ਉੱਪਰ ਹੈ। ਮਨ ਵਿੱਚ ਚੰਚਲਤਾ ਹੈ, ਭਟਕਣਾ ਹੈ, ਅਸ਼ਾਂਤੀ ਹੈ। ਜੇ ਇੱਕ ਵਾਰੀ ਸੁਰਤ ਸ਼ਬਦ ਵਿੱਚ ਟਿਕ ਜਾਵੇ ਤਾਂ ਉਸ ਵਿੱਚ ਧੀਰਜ ਅਤੇ ਠਹਿਰਾਓ ਆ ਜਾਏਗਾ। ਗੁਰਬਾਣੀ ਆਦੇਸ਼ ਹਨ, ਸੇਵਾ ਸੁਰਤ ਸ਼ਬਦ ਚਿਤ ਲਾਏ। ਅੱਜ ਮਹਿਲਾ ਤੀਜਾ। ਸੇਵਾ ਸੁਰਤ ਏਕ ਲਿਵ ਲਾਗ, ਥੋੜੀ ਗੁਆਰੇ ਦੀ ਮਹਿਲਾ ਪਹਿਲਾ। ਸੇਵਾ ਸੁਰਤ ਨਾ ਜਾਣੀਆਂ, ਨਾ ਜਾਪੈ ਆਰਾਧ, ਗੋੜੀ ਮਹਿਲਾ ਪੰਜਵਾਂ। ਨਾਨਕ ਸੇਵਾ ਸੁਰਤ ਕਮਾਵਣੀ, ਜੋ ਹਰ ਭਾਵੈ ਸੋ ਥਾਏ ਪਾਏ, ਮਹਿਲਾ ਤੀਜਾ। ਸੇਵਾ ਸੁਰਤ ਭਗਤ ਇਹ ਸਾਚੀ, ਵਿੱਚੋਂ ਆਪ ਗਵਾਈਏ, ਗੋੜੀ ਮਹਿਲਾ ਤੀਜਾ। ਸੇਵਾ ਸੁਰਤ ਵਿਭੂਤ ਚੜਾਵੇ, ਰਾਗ ਆਸਾ ਮਹਿਲਾ ਪਹਿਲਾ, ਅਸ਼ਟਪਦੀ। ਇਤਿਹਾਸ ਵਿੱਚ ਸੇਵਾ ਦਾ ਸਥਾਨ। ਸਿੱਖ ਇਤਿਹਾਸ ਨੂੰ ਗੌਰ ਨਾਲ ਵੇਖੀਏ ਤਾਂ ਪਲ ਪਲ ਤੇ ਸੇਵਾ ਦੀਆਂ ਉਦਾਹਰਨਾਂ ਸਾਨੂੰ ਨਜ਼ਰ ਆਉਂਦੀਆਂ ਹਨ। ਖੁਦ ਗੁਰੂ ਸਾਹਿਬ ਵੱਲੋਂ ਵੱਖ-ਵੱਖ ਸਮੇਂ ਤੇ ਆਪ ਸੇਵਾ ਕਰਨ ਦੀਆਂ ਸੈਂਕੜੇ ਹੀ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਇਹਨਾਂ ਵਿੱਚ ਆਪਣੇ ਤੋਂ ਪਹਿਲੇ ਗੁਰੂ ਸਾਹਿਬਾਨ ਦੀ ਸੇਵਾ ਦਾ ਵੱਡਾ ਜ਼ਿਕਰ ਹੈ। ਗੁਰੂ ਸਾਹਿਬਾਨ ਵੱਲੋਂ ਸੰਗਤਾਂ ਅਤੇ ਸਿੱਖਾਂ ਦੀ ਟਹਿਲ ਸੇਵਾ ਕਰਨ ਦੇ ਬਿਰਤਾਂਤ ਇਤਿਹਾਸ ਦੇ ਸਫ਼ਿਆਂ ਤੇ ਸੰਭਾਲੇ ਪਏ ਨੇ। ਵੱਖ-ਵੱਖ ਗੁਰੂ ਸਾਹਿਬਾਨ ਜੀ ਵੱਲੋਂ ਸੇਵਾ ਕਰਨ ਵਾਲੇ ਗੁਰਸਿੱਖਾਂ ਦੀ ਰੱਜ ਕੇ ਵਡਿਆਈ ਅਤੇ ਸ਼ੋਭਾ ਵੀ ਕੀਤੀ ਜਾਂਦੀ ਰਹੀ ਹੈ, ਕਿਉਂਕਿ ਗੁਰੂ ਸਾਹਿਬ ਦਾ ਵਿਸ਼ਵਾਸ ਸੀ ਕਿ ਸੂਖਮ ਦੀ ਸੇਵਾ ਤਦ ਹੀ ਹੋ ਸਕਦੀ ਹੈ ਜੇ ਪਹਿਲਾਂ ਨਿਰੰਤਰ ਸਥੂਲ ਦੀ ਸੇਵਾ ਕੀਤੀ ਜਾਵੇ। ਪਰ ਇਹ ਸਾਰਾ ਕੁਝ ਕਰਦੇ ਹੋਏ ਵੀ ਕਿਸੇ ਵੀ ਇੱਕ ਵਿਅਕਤੀ ਜਾਂ ਸੰਸਥਾ ਨੂੰ ਹੀ ਸੇਵਾ ਦਾ ਅਸਲੀ ਪਾਤਰ ਮੰਨ ਲੈਣਾ ਬਿਲਕੁਲ ਵੀ ਯੋਗ ਨਹੀਂ ਹੈ। ਇਤਿਹਾਸ ਵਿੱਚੋਂ ਸਾਖੀਆਂ ਲੈਣ ਨਾਲ ਲੇਖ ਲੰਮਾ ਹੋ ਜਾਣ ਦਾ ਡਰ ਹੈ। ਇੱਕੋ ਗੱਲ ਜੋ ਇਤਿਹਾਸ ਨੇ ਸੇਵਾ ਕਰਦਿਆਂ ਹੋਇਆਂ ਸਿਖਾਈ ਹੈ, ਉਹ ਹੈ ਆਪਾ ਭਾਵ ਗਵਾ ਕੇ, ਨਿਮਾਣਾ ਹੋ ਕੇ, ਪੂਰਨ ਸਮਰਪਣ ਨਾਲ ਸੇਵਾ ਕਰਨੀ, ਅਤੇ ਮਨ ਵਿੱਚ ਇਸ ਕੀਤੀ ਹੋਈ ਸੇਵਾ ਦਾ ਰਾਈ ਮਾਤਰ ਵੀ ਸੂਖਮ ਹੰਕਾਰ ਨਾ ਹੋਵੇ। ਲਗਭਗ ਸਾਰੇ ਗੁਰੂ ਸਾਹਿਬਾਨ, ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਭਾਈ ਮੰਝ, ਭਾਈ ਨੰਦ ਲਾਲ ਜੀ, ਭਾਈ ਕਨ੍ਹਈਆ ਜੀ ਆਦਿ ਹਜ਼ਾਰਾਂ ਅਜਿਹੇ ਸਿੱਖ ਹਨ ਜਿਨ੍ਹਾਂ ਨੇ ਆਪਾ ਭਾਵ ਗਵਾ ਕੇ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਸੇਵਾ ਕਰਨ ਵਾਲੇ ਗੁਰਸਿੱਖਾਂ ਦੀ ਰੱਜ ਕੇ ਤਾਰੀਫ ਕੀਤੀ ਹੈ। ਉਹਨਾਂ ਨੇ ਸਤਿਗੁਰੂ ਦੀ ਸੇਵਾ, ਗੁਰਸਿੱਖਾਂ ਦੀ ਸੇਵਾ ਤੇ ਬਹੁਤ ਜ਼ੋਰ ਦਿੱਤਾ ਹੈ। ਉਹਨਾਂ ਨੇ ਅੰਗਾਂ ਨਾਲ ਕੀਤੀ ਜਾਣ ਵਾਲੀ ਸੇਵਾ ਦਾ ਜ਼ਿਕਰ ਕਰਦੇ ਹੋਏ ਸਿਰਫ ਉਹਨਾਂ ਅੰਗਾਂ ਨੂੰ ਹੀ ਸਫਲ ਕਿਹਾ ਹੈ ਜਿਹੜੇ ਸੇਵਾ ਵਿੱਚ ਲੱਗੇ ਹੋਏ ਹਨ। ਬਾਕੀਆਂ ਲਈ ਧ੍ਰਿਗ ਸ਼ਬਦ ਵਰਤਦੇ ਹਨ। ਸੱਚੀ ਅੰਗ ਸਫਲਤਾ ਸਿਰਲੇਖ ਹੇਠ ਲਿਖਦੇ ਹਨ, ਬਿਨ ਸੇਵਾ ਧ੍ਰਿਗ ਹੱਥ ਪੈਰ, ਹੋਰ ਨਿਹਫਲ ਕਰਨੀ, ਪੀਰ ਮੁਰੀਦਾਂ ਪਿਰਹੜੀ, ਗੁਰ ਸਤਿਗੁਰ ਛੜਨੀ, ਭਾਈ ਗੁਰਦਾਸ ਜੀ ਵਾਰ 27। ਸੇਵਾ ਦੀ ਅਜੋਕੀ ਦਸ਼ਾ ਤੇ ਦਿਸ਼ਾ। ਆਧੁਨਿਕ ਯੁੱਗ ਵਿੱਚ ਸੇਵਾ ਕੀਤੇ ਜਾਣ ਦੀ ਕੋਈ ਘਾਟ ਨਹੀਂ। ਗੁਰਦੁਆਰਿਆਂ ਵਿੱਚ ਲਗਾਤਾਰ ਚੱਲਦੇ ਲੰਗਰ ਹਜ਼ਾਰਾਂ ਲੱਖਾਂ ਭੁੱਖੇ ਲੋਕਾਂ ਦਾ ਢਿੱਡ ਭਰਦੇ ਨੇ। ਗੁਰੂ ਘਰ ਦੀਆਂ ਸਰਾਵਾਂ ਕਿੰਨੇ ਹੀ ਲੋੜਵੰਦਾਂ ਨੂੰ ਆਸਰਾ ਦਿੰਦੀਆਂ ਨੇ। ਬਹੁਤ ਸਾਰੀਆਂ ਸਮਝਦਾਰ ਪ੍ਰਬੰਧਕ ਕਮੇਟੀਆਂ ਨੇ ਉਦਮ ਕਰਕੇ ਵੱਖ-ਵੱਖ ਤਰ੍ਹਾਂ ਦੀਆਂ ਹੋਰ ਸੇਵਾਵਾਂ ਵੀ ਮੁਫਤ ਜਾਂ ਬਹੁਤ ਘੱਟ ਲਾਗਤ ਤੇ ਸ਼ੁਰੂ ਕੀਤੀਆਂ ਹੋਈਆਂ ਹਨ, ਜਿਨ੍ਹਾਂ ਵਿੱਚ ਵਿਦਿਅਕ ਸੰਸਥਾਵਾਂ, ਮੈਡੀਕਲ ਸੰਸਥਾਵਾਂ ਚਲਾਉਣੀਆਂ ਆਦਿ ਹਨ। ਮੁਫਤ ਮੈਡੀਕਲ ਕੈਂਪ ਆਦਿ ਲਗਾਏ ਜਾ ਰਹੇ ਹਨ। ਖੂਨ ਤੱਕ ਦਾਨ ਕੀਤਾ ਜਾ ਰਿਹਾ ਹੈ। ਬਿਰਧ ਆਸ਼ਰਮ ਬਣ ਰਹੇ ਹਨ, ਉਹਨਾਂ ਦੀ ਸੇਵਾ ਸੰਭਾਲ ਵੀ ਹੋ ਰਹੀ ਹੈ। ਗੁਰਦੁਆਰਿਆਂ ਤੋਂ ਬਿਨਾਂ ਵੀ ਬਹੁਤ ਸਾਰੀਆਂ ਸਵੈ ਸੇਵੀ ਸੰਸਥਾਵਾਂ ਹਨ ਜੋ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਦੇ ਰਹੀਆਂ ਹਨ। ਕਿਸੇ ਵੀ ਸੰਕਟ ਸਮੇਂ ਗੁਰਸਿੱਖਾਂ ਨੇ ਪੂਰੇ ਤਨ, ਮਨ ਅਤੇ ਧਨ ਨਾਲ ਸੇਵਾ ਕਰਕੇ ਨਾਮਣਾ ਖੱਟਿਆ ਹੈ। ਮੁਬਾਰਕ ਹਨ ਇਹ ਸਾਰੀਆਂ ਸੇਵਾਵਾਂ ਜਿਹੜੀਆਂ ਗੁਰੂ ਸਿਧਾਂਤ ਅਨੁਸਾਰ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰ ਰਹੀਆਂ ਹਨ। ਅੰਤਰਰਾਸ਼ਟਰੀ ਪੱਧਰ ਤੱਕ ਖਾਲਸਾ ਏਡ ਵਰਗੀਆਂ ਸੰਸਥਾਵਾਂ ਨੇ ਸੇਵਾ ਰਾਹੀਂ ਗੁਰਸਿੱਖੀ ਦਾ ਬਹੁਤ ਵਧੀਆ ਪ੍ਰਚਾਰ ਕੀਤਾ ਹੈ। ਹਰ ਜਾਗਰਿਤ ਇਨਸਾਨ ਦੀ ਇਹ ਇੱਛਾ ਵੀ ਹੈ ਕਿ ਉਹ ਜਿੰਨਾ ਕੁ ਹਿੱਸਾ ਪਾ ਸਕਦਾ ਹੈ, ਉਹ ਇਸ ਵਿੱਚ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾਉਣਾ ਚਾਹੁੰਦਾ ਹੈ। ਸ਼ਰਤ ਇੱਕੋ ਹੈ ਕਿ ਇਹ ਸੇਵਾ ਕਰਦੇ ਹੋਏ ਉਸ ਵਿੱਚ ਨਾ ਤਾਂ ਕਿਸੇ ਕਿਸਮ ਦਾ ਲਾਲਚ ਹੋਵੇ, ਨਾ ਡਰ ਹੋਵੇ, ਨਾ ਦਿਖਾਵਾ ਅਤੇ ਨਾ ਵਡਿਆਈ ਦੀ ਭੁੱਖ। ਗੁਰਮਤ ਅਨੁਸਾਰ ਕਿਸ ਦੀ ਸੇਵਾ ਕੀਤੀ ਜਾ ਰਹੀ ਹੈ, ਪਰ ਦੁਨਿਆਵੀ ਤੌਰ ਤੇ ਆਮ ਮਨੁੱਖ ਕਿਸ ਦੀ ਸੇਵਾ ਕਰ ਹੈ ਤੇ ਉਹਦੀ ਕੀ ਲਾਭ ਹਾਨੀ ਹੋ ਰਹੀ ਹੈ, ਗੁਰਬਾਣੀ ਇਸ ਦੇ ਬਾਰੇ ਸਪਸ਼ਟ ਕਰਦੀ ਹੈ। ਬਹੁ ਗਿਣਤੀ ਲੋਕ ਮਾਇਆ ਦੇ ਗੁਲਾਮ ਹੋ ਕੇ ਆਪਣਾ ਜੀਵਨ ਬਰਬਾਦ ਕਰ ਰਹੇ ਨੇ। ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਈ, ਇਸਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ, ਮਹਿਲਾ ਤੀਜਾ। ਪ੍ਰਮਾਤਮਾ ਦੇ ਨਾਮ ਨੂੰ ਛੱਡ ਕੇ, ਗੁਰੂ ਨੂੰ ਛੱਡ ਕੇ ਹੋਰ ਦੂਜੀ ਸੇਵਾ ਵਿਅਰਥ ਹੈ। ਅੰਮ੍ਰਿਤ ਛੋੜ ਵਿਖਿਆ ਲੋਭਾਣੇ, ਸੇਵਾ ਕਰੇ ਵਡਾਣੀ, ਸ਼੍ਰੀ ਰਾਗ ਮਹਿਲਾ ਤੀਜਾ। ਦੂਜੀ ਸੇਵਾ ਜੀਵਨ ਵਿਰਥਾ, ਕਛੂ ਨਾ ਹੋਈ ਹੈ ਪੂਰਨ ਅਰਥਾ। ਮਾਨਸ ਸੇਵਾ ਖਰੀ ਦੁਹੇਲੀ, ਸਾਧ ਕੀ ਸੇਵਾ ਸਦਾ ਸੁਹੇਲੀ, ਬਸੰਤ ਮਹਿਲਾ ਪੰਜਵਾਂ। ਸਤਿਗੁਰੂ ਜੀ ਆਪ ਹੀ ਪ੍ਰਸ਼ਨ ਕਰਕੇ ਜਵਾਬ ਦਿੰਦੇ ਹਨ ਕਿ ਕਿਸ ਦੀ ਸੇਵਾ ਕੀਤੀ ਜਾਣੀ ਚਾਹੀਦੀ ਹੈ।
ਕਰਨ ਵਾਲੇ ਨੂੰ ਵਡਿਆਈ ਤਾਂ ਦਵਾ ਸਕਦੀ ਹੈ, ਪਰ ਪ੍ਰਭੂ ਦੀ ਦਰਗਾਹ ਵਿੱਚ ਉੱਚਾ ਸਥਾਨ ਸਿਮਰਨ ਅਤੇ ਨਾਮ ਨਾਲ ਹੀ ਮਿਲ ਸਕਦਾ ਹੈ। ਸੇਵਾ ਕੀਤੀ ਸਫਲ ਉਹ ਹੀ ਹੈ ਜਿਹੜੀ ਮੇਰੇ ਸਤਿਗੁਰੂ ਨੂੰ ਚੰਗੀ ਲੱਗੇ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ। ਗੁਰਬਾਣੀ ਦੇ ਹੋਰ ਫਰਮਾਨ ਇਸ ਗੱਲ ਨੂੰ ਸਪਸ਼ਟ ਕਰਦੇ ਨੇ, ਸੋ ਸੇਵਕ ਹਰ ਆਖੀਐ ਜੋ ਹਰ ਰਾਖੈ ਉਰ ਧਾਰ। ਸ਼੍ਰੀ ਰਾਗ ਮਹਿਲਾ ਤੀਜਾ। ਸੋ ਮਨੁੱਖੀ ਜੀਵਨ ਦਾ ਮੁੱਖ ਮਨੋਰਥ ਉਸ ਪ੍ਰਭੂ ਵਿੱਚ ਅਭੇਦ ਹੋਣਾ ਹੈ, ਜਿਸ ਦੇ ਲਈ ਉਸ ਦਾ ਨਾਮ ਸਿਮਰਨ ਮੁੱਖ ਸਾਧਨ ਹੈ। ਸੇਵਾ ਇਸ ਨਾਮ ਸਿਮਰਨ ਲਈ ਸਹਾਈ ਹੈ, ਕਿਉਂਕਿ ਨਾਮ ਸਿਮਰਨ ਕਰਦੇ ਹੋਏ ਵੀ ਨਿਮਰ ਰਹਿਣਾ, ਬਹੁਤੀ ਘਾਲਣਾ ਘਾਲ ਕੇ ਵੀ ਕੁਝ ਨਾ ਕੀਤੇ ਹੋਣ ਵਾਲੀ ਅਵਸਥਾ ਵਿੱਚ ਰਹਿਣਾ ਅਤੇ ਆਪਾ ਭਾਵ ਖਤਮ ਕਰਨਾ, ਇਹ ਇਸ ਸੇਵਾ ਦਾ ਫਲ ਹੈ, ਜਿਸ ਨੇ ਨਾਮ ਸਿਮਰਨ ਨੂੰ ਫਲੀਭੂਤ ਕਰਨਾ ਹੈ ਅਤੇ ਜਗਿਆਸੂ ਨੂੰ ਪ੍ਰੀਤਮ ਪ੍ਰਭੂ ਦੇ ਰਾਹ ਤੇ ਲਿਜਾਣਾ ਹੈ। ਵਾਹਿਗੁਰੂ ਜੀ ਬਖਸ਼ਿਸ਼ ਕਰਨ, ਸਾਨੂੰ ਨਿਸ਼ਕਾਮ ਸੇਵਾ ਦੇ ਅਰਥ ਸਮਝ ਆ ਸਕਣ ਅਤੇ ਅਸੀਂ ਹਰ ਸਮੇਂ ਇਸ ਸੇਵਾ ਲਈ ਤਿਆਰ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸਰਦਾਰ ਜਸਵਿੰਦਰ ਸਿੰਘ ਜੀ। ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਜਿਸ ਦੇ ਉੱਤੇ ਕਿ ਤੁਸੀਂ ਆਪਣੇ ਵਿਚਾਰ ਸੰਗਤ ਦੇ ਨਾਲ ਸਾਂਝੇ ਕੀਤੇ ਨੇ, ਤੇ ਬਹੁਤ ਹੀ ਅੱਛੇ ਤਰੀਕੇ ਨਾਲ ਤੁਸੀਂ ਇੱਕ ਗੱਲ ਜਿਹੜੀ ਐਕਸਪਲੇਨ ਕੀਤੀ ਹੈ ਕਿ ਅਕਸਰ ਅਸੀਂ ਇਹ ਸਮਝਦੇ ਹਾਂ ਕਿ ਸੇਵਾ ਉਹ ਹੈ ਜਿਹੜੀ ਅਸੀਂ ਗੁਰੂ ਘਰ ਦੇ ਵਿੱਚ ਜਾ ਕੇ ਕੋਈ ਜੋੜਿਆਂ ਦੀ ਸੇਵਾ ਕਰਦੇ ਹਾਂ, ਕੋਈ ਭਾਂਡਿਆਂ ਦੀ ਸੇਵਾ ਕਰਦੇ ਹਾਂ, ਕੋਈ ਲੰਗਰ ਦੀ ਸੇਵਾ ਕਰਦੇ ਹਾਂ, ਜਾਂ ਉੱਥੇ ਆਪਣਾ ਕੋਈ ਚੜਾਵਾ ਚੜਾਉਂਦੇ ਹਾਂ। ਅਸੀਂ ਸੋਚਦੇ ਹਾਂ ਕਿ ਉਹ ਸੇਵਾ ਹੈ, ਪਰ ਤੁਸੀਂ ਸੇਵਾ ਦੇ ਹੋਰ ਜਿਹੜੇ ਰੂਪ ਨੇ ਉਹਨਾਂ ਦਾ ਇੱਕ ਬਹੁਤ ਅੱਛਾ ਵਰਣਨ ਦਿੱਤਾ ਹੈ ਕਿ ਸੇਵਾ ਸਿਰਫ ਉਸ ਗੱਲ ਤੱਕ ਲਿਮਿਟਿਡ ਨਹੀਂ ਹੈ। ਸੋ ਆਈ ਥਿੰਕ ਇਹ ਇੱਕ ਬੜੀ ਇੰਪੋਰਟੈਂਟ ਚੀਜ਼ ਹੈ ਸਾਡੇ ਵਾਸਤੇ ਸਮਝਣੀ। ਅਸੀਂ ਅਕਸਰ ਇਹ ਕਹਿ ਦਿੰਦੇ ਹਾਂ ਵੀ ਇਹ ਚੀਜ਼ਾਂ ਜਿਹੜੀਆਂ ਨੇ ਇਹ ਆਉਣ ਵਾਲੀਆਂ ਜਨਰੇਸ਼ਨਸ ਨੂੰ, ਬੱਚਿਆਂ ਨੂੰ ਸਮਝਾਉਣਾ ਬਹੁਤ ਜ਼ਰੂਰੀ ਹੈ, ਪਰ ਮੈਨੂੰ ਲੱਗਦਾ ਕਿ ਪਹਿਲੇ ਸਾਨੂੰ ਖੁਦ ਇਹ ਪ੍ਰੋਪਰਲੀ ਸਮਝਣੀਆਂ ਚਾਹੀਦੀਆਂ ਨੇ, ਫਿਰ ਹੀ ਅਸੀਂ ਕਿਸੇ ਨੂੰ ਦੱਸ ਸਕਦੇ ਹਾਂ। ਔਰ ਸਿਰਫ ਆਪਣੇ ਬੱਚਿਆਂ ਦੀ ਗੱਲ ਨਹੀਂ ਹੈ, ਹੋਰ ਵੀ ਜਿਹੜੀਆਂ ਕੌਮਾਂ ਨੇ, ਕਿਉਂਕਿ ਹਰ ਕੌਮ, ਹਰ ਮਜ਼ਹਬ, ਹਰ ਧਰਮ ਦੇ ਲੋਕੀ ਜਿਹੜੇ ਨੇ ਉਹ ਕਹਿੰਦੇ ਨੇ ਕਿ ਅਸੀਂ ਤੇ ਸੇਵਾ ਕਰਦੇ ਹਾਂ, ਪਰ ਸਿੱਖੀ ਦੀ ਜਿਹੜੀ ਸੇਵਾ ਹੈ, ਸਿੱਖ ਫਲਸਫੇ ਦੇ ਵਿੱਚ, ਗੁਰੂ ਨਾਨਕ ਦੇ ਫਲਸਫੇ ਦੇ ਵਿੱਚ ਜੋ ਸੇਵਾ ਦਾ ਕਨਸੈਪਟ ਹੈ ਉਹ ਇੱਕ ਬੜਾ ਯੂਨੀਕ ਕਨਸੈਪਟ ਹੈ, ਔਰ ਉਹ ਸਿਰਫ ਹੱਥ ਤੋਂ ਦਿੱਤੀ ਹੋਈ ਕੋਈ ਚੀਜ਼ ਜਿਹੜੀ ਹੈ ਉਸੇ ਤੱਕ ਲਿਮਿਟਿਡ ਨਹੀਂ ਹੈ। ਔਰ ਤੁਸੀਂ ਬੜੇ ਅੱਛੇ ਤਰੀਕੇ ਨਾਲ ਇਸ ਗੱਲ ਦਾ ਵਰਣਨ ਕੀਤਾ ਕਿ ਸੇਵਾ ਉਹ ਹੈ ਜਿਹੜੀ ਕਿ ਦੇਣ ਵਾਲੇ ਨੂੰ ਉੱਚਾ ਤੇ ਲੈਣ ਵਾਲੇ ਨੂੰ ਨੀਚਾ ਨਾ ਸਮਝੇ, ਉਸ ਨੂੰ ਆਪਣਾ ਭਰਾ ਸਮਝੇ, ਉਸ ਨੂੰ ਆਪਣਾ ਬਰਾਬਰ ਸਮਝੇ। ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ। तो आपका बहुत बहुत धन्यवाद है जी।